ਜਦੋਂ ਕੋਈ ਇਨਸਾਨ ਸ਼ਰਾਫਤ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਅਜਿਹੇ ਸੰਸਾਰ ਵਿੱਚ ਰਹਿੰਦੇ ਹਾਂ ਜਿੱਥੇ ਲੋਕ ਤੁਹਾਡਾ ਭੋਲਾਪਨ ਦੇਖ ਕੇ ਤੁਹਾਡੇ ਨਜ਼ਦੀਕ ਆਉਂਦੇ ਹਨ ਅਤੇ ਫਿਰ ਫਾਇਦਾ ਉਠਾ ਕੇ ਚਲੇ ਜਾਂਦੇ ਹਨ, ਜਿਸ ਦੇ ਨਾਲ ਸਾਡੇ ਦਿਲ ਨੂੰ ਬਹੁਤ ਗਹਿਰਾ ਦੁੱਖ ਪਹੁੰਚਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਸਵਾਲ ਕਰਦੇ ਹਾਂ ਕਿ ਕੀ ਇੱਕ ਸ਼ਰੀਫ ਇਨਸਾਨ ਬਣ ਕੇ ਜਿਉਣਾ ਗੁਨਾਹ ਹੋ ਗਿਆ ਹੈ ਕਿ ਸਾਨੂੰ ਵੀ ਚਾਲਬਾਜ਼ ਬਣ ਜਾਣਾ ਚਾਹੀਦਾ ਹੈ। ਅਜਿਹੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਕਹਾਣੀ ਵਿੱਚ ਮਿਲੇਗਾ। ਇੱਕ ਵਾਰ ਗੌਤਮ ਬੁੱਧ ਆਪਣੇ ਚੇਲਿਆਂ ਨਾਲ ਬੈਠਾ ਹੋਇਆ ਸੀ। ਉਹ ਉਹਨਾਂ ਨੂੰ ਉਪਦੇਸ਼ ਦੇ ਕੇ ਸਮਝਾ ਰਿਹਾ ਸੀ ਕਿ ਧਿਆਨ ਦੇ ਲਈ ਸਰਲਤਾ ਕਿੰਨੀ ਜ਼ਰੂਰੀ ਹੈ। ਸਰਲਤਾ ਨਾਲ ਹੀ ਧਿਆਨ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਇਨਸਾਨ ਜਿੰਨਾ ਸਰਲ ਹੋਵੇਗਾ, ਜਿੰਨਾ ਭੋਲਾ ਹੋਵੇਗਾ, ਜਿੰਨਾ ਸਧਾਰਨ ਹੋਵੇਗਾ, ਉਸ ਦੇ ਮਨ ਵਿੱਚ ਪਿਆਰ ਦੀ ਉਤਪਤੀ ਉਨੀ ਹੀ ਜ਼ਿਆਦਾ ਹੋਵੇਗੀ, ਜਿਹੜੀ ਕਿ ਧਿਆਨ ਕਰਨ ਦੇ ਲਈ ਇੱਕ ਪੌੜੀ ਬਣੂਗੀ। ਉੱਥੇ ਇੱਕ ਰਾਜਾ ਆਜ਼ਾਦ ਸ਼ਤਰੂ ਵੀ ਬੈਠਾ ਹੋਇਆ ਸੀ। ਇਹ ਉਪਦੇਸ਼ ਸੁਣਨ ਤੋਂ ਬਾਅਦ ਉਹ ਬੁੱਧ ਨੂੰ ਕਹਿੰਦਾ ਹੈ ਕਿ ਹੇ ਬੁੱਧ, ਜਦੋਂ ਦਾ ਮੈਂ ਤੁਹਾਡਾ ਅਨੁਯਾਈ ਬਣਿਆ ਹਾਂ, ਉਦੋਂ ਦੇ ਸਾਰੇ ਲੋਕ ਮੇਰੇ ਸਿੱਧੇ ਅਤੇ ਨਰਮ ਸੁਭਾਅ ਦਾ ਫਾਇਦਾ ਉਠਾ ਰਹੇ ਹਨ। ਤੁਹਾਡਾ ਅਨੁਯਾਈ ਬਣਨ ਤੋਂ ਪਹਿਲਾਂ ਸਾਰੇ ਲੋਕ ਮੇਰੇ ਤੋਂ ਡਰਦੇ ਸਨ, ਕਿਉਂਕਿ ਮੇਰਾ ਸੁਭਾਅ ਬਹੁਤ ਸਖਤ ਸੀ ਤੇ ਮੈਂ ਬਹੁਤ ਆਸਾਨੀ ਨਾਲ ਲੋਕਾਂ ਨੂੰ ਮੌਤ ਦੀ ਸਜ਼ਾ ਦੇ ਦਿੰਦਾ ਸੀ। ਪਰ ਤੁਹਾਡਾ ਅਨੁਯਾਈ ਬਣਨ ਤੋਂ ਬਾਅਦ ਅਤੇ ਧਿਆਨ ਸ਼ੁਰੂ ਕਰਨ ਤੋਂ ਬਾਅਦ ਮੇਰਾ ਇਹ ਸਭ ਕਰਨ ਦਾ ਮਨ ਹੀ ਨਹੀਂ ਕਰਦਾ। ਮੈਂ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਹਾਂ, ਉਹਨਾਂ ਦੀਆਂ ਗੱਲਾਂ ਨੂੰ ਤਾਂ ਸੁਣਦਾ ਹਾਂ, ਸਮਝਦਾ ਹਾਂ, ਪਰ ਕੁਝ ਲੋਕ ਇਸ ਦਾ ਗਲਤ ਫਾਇਦਾ ਉਠਾ ਰਹੇ ਹਨ, ਜਿਸ ਨਾਲ ਮੇਰੀ ਪ੍ਰਜਾ ਵਿੱਚ ਅਤੇ ਮੇਰੇ ਸ਼ਾਸਨ ਵਿੱਚ ਦਿੱਕਤਾਂ ਵੱਧਦੀਆਂ ਜਾ ਰਹੀਆਂ ਹਨ। ਤੁਸੀਂ ਹੀ ਦੱਸੋ ਹੁਣ ਮੈਂ ਕੀ ਕਰਾਂ? ਬੁੱਧ ਨੇ ਕਿਹਾ ਕਿ ਇਸ ਦਾ ਜਵਾਬ ਮੈਂ ਤੈਨੂੰ ਇੱਕ ਕਹਾਣੀ ਦੇ ਮਾਧਿਅਮ ਰਾਹੀਂ ਦਿੰਦਾ ਹਾਂ। ਕਹਾਣੀ ਨੂੰ ਪੂਰੇ ਧਿਆਨ ਨਾਲ ਸੁਣ ਕੇ ਅਖੀਰ ਵਿੱਚ ਮੇਰੇ ਇੱਕ ਸਵਾਲ ਦਾ ਜਵਾਬ ਦੇਈਂ। ਬੁੱਧ ਕਹਿਣਾ ਸ਼ੁਰੂ ਕਰਦੇ ਹਨ ਕਿ ਇੱਕ ਵਾਰ ਇੱਕ ਬੋਧ ਭਿਕਸ਼ੂ ਇੱਕ ਪਿੰਡ ਵਿੱਚੋਂ ਦੀ ਲੰਘ ਰਿਹਾ ਸੀ। ਰਾਸਤੇ ਵਿੱਚ ਉਸ ਨੂੰ ਇੱਕ ਬਹੁਤ ਸੰਘਣਾ ਦਰਖਤ ਦਿਖਾਈ ਦਿੰਦਾ ਹੈ। ਉਸਨੇ ਸੋਚਿਆ ਕਿ ਕਿਉਂ ਨਾ ਕੁਝ ਸਮਾਂ ਉੱਥੇ ਬੈਠ ਕੇ ਆਰਾਮ ਕਰ ਲਿਆ ਜਾਵੇ। ਭਿਕਸ਼ੂ ਜਿਵੇਂ ਹੀ ਉਸ ਦਰਖਤ ਵੱਲ ਜਾਣ ਲੱਗਦਾ ਹੈ ਤਾਂ ਕੁਝ ਲੋਕ ਉਸ ਨੂੰ ਰੋਕ ਕੇ ਕਹਿੰਦੇ ਹਨ ਕਿ ਉੱਥੇ ਨਾ ਜਾਈਂ, ਉੱਥੇ ਇੱਕ ਜ਼ਹਿਰੀਲਾ ਸੱਪ ਰਹਿੰਦਾ ਹੈ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਡੰਗ ਚੁੱਕਿਆ ਹੈ। ਉਹ ਇੰਨਾ ਖਤਰਨਾਕ ਹੈ ਕਿ ਜਿਹੜਾ ਵੀ ਉਸ ਦੇ ਸਾਹਮਣੇ ਜਾਂਦਾ ਹੈ ਉਹ ਉਸ ਨੂੰ ਹੀ ਮਾਰ ਦਿੰਦਾ ਹੈ। ਭਿਕਸ਼ੂ ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਇੱਕ ਦਿਨ ਤਾਂ ਸਭ ਨੇ ਹੀ ਮਰਨਾ ਹੈ। ਜੇ ਮੈਂ ਅੱਜ ਮਰਨਾ ਹੋਇਆ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ। ਇਹ ਕਹਿ ਕੇ ਭਿਕਸ਼ੂ ਦਰਖਤ ਵੱਲ ਚਲਾ ਜਾਂਦਾ ਹੈ ਅਤੇ ਉਸ ਦੇ ਹੇਠਾਂ ਬੈਠ ਜਾਂਦਾ ਹੈ। ਉਸੇ ਸਮੇਂ ਉੱਥੇ ਸੱਪ ਆ ਕੇ ਕਹਿੰਦਾ ਹੈ ਕਿ ਹੇ ਭਿਕਸ਼ੂ, ਤੈਨੂੰ ਮੇਰੇ ਤੋਂ ਡਰ ਨਹੀਂ ਲੱਗਦਾ ਕਿ ਮੈਂ ਤੈਨੂੰ ਮਾਰ ਦੇਵਾਂਗਾ? ਭਿਕਸ਼ੂ ਬਹੁਤ ਪਿਆਰ ਨਾਲ ਕਹਿੰਦਾ ਹੈ ਕਿ ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ? ਤੂੰ ਜੋ ਵੀ ਕਰਦਾ ਹੈ ਉਹ ਇਸੇ ਲਈ ਕਰਦਾ ਹੈ ਤਾਂ ਕਿ ਕੋਈ ਤੈਨੂੰ ਮਾਰ ਨਾ ਦੇਵੇ। ਡਰਦਾ ਤਾਂ ਤੂੰ ਹੈ, ਇਸ ਲਈ ਤੂੰ ਸਭ ਨੂੰ ਮਾਰ ਦਿੰਦਾ ਹੈ। ਮੈਨੂੰ ਕਿਸੇ ਗੱਲ ਦਾ ਡਰ ਨਹੀਂ। ਤੂੰ ਦੂਜਿਆਂ ਨੂੰ ਡੰਗਦਾ ਹੈ, ਮੈਂ ਨਹੀਂ। ਮੈਨੂੰ ਮੌਤ ਦਾ ਕੋਈ ਭੈ ਨਹੀਂ ਹੈ, ਨਾ ਹੀ ਜੀਵਨ ਦੀ ਕੋਈ ਲਾਲਸਾ। ਜਦੋਂ ਮੈਨੂੰ ਕੋਈ ਨੁਕਸਾਨ ਪਹੁੰਚਾ ਹੀ ਨਹੀਂ ਸਕਦਾ, ਫਿਰ ਮੈਂ ਤੇਰੇ ਤੋਂ ਕਿਉਂ ਡਰਾਂਗਾ? ਇਹ ਸਭ ਸੁਣ ਕੇ ਸੱਪ ਹੈਰਾਨ ਹੋ ਜਾਂਦਾ ਹੈ, ਕਿਉਂਕਿ ਉਸਨੇ ਤਾਂ ਅੱਜ ਤੱਕ ਅਜਿਹੇ ਆਦਮੀ ਹੀ ਦੇਖੇ ਸਨ ਜਿਹੜੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸਨ, ਉਸ ਤੋਂ ਡਰ ਕੇ ਭੱਜਦੇ ਸਨ। ਪਹਿਲੀ ਵਾਰ ਉਸਨੇ ਕਿਸੇ ਨੂੰ ਦੇਖਿਆ ਸੀ ਜਿਹੜਾ ਉਸ ਤੋਂ ਨਹੀਂ ਡਰਿਆ। ਇਹ ਸਭ ਦੇਖ ਕੇ ਉਹ ਸੱਪ ਭਿਕਸ਼ੂ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਹੇ ਭਗਵਾਨ, ਮੈਂ ਅੱਜ ਤੱਕ ਜੋ ਵੀ ਕੀਤਾ ਹੈ ਸਿਰਫ ਆਪਣੀ ਜਾਨ ਬਚਾਉਣ ਲਈ ਕੀਤਾ ਹੈ। ਜੇ ਮੈਂ ਇਹ ਰੂਪ ਧਾਰਨ ਨਾ ਕਰਦਾ ਤਾਂ ਲੋਕ ਮੈਨੂੰ ਮਾਰ ਦਿੰਦੇ। ਭਿਕਸ਼ੂ ਨੇ ਕਿਹਾ ਕਿ ਤੂੰ ਬਿਲਕੁਲ ਸਹੀ ਕਹਿ ਰਿਹਾ ਹੈ, ਪਰ ਜੇਕਰ ਤੂੰ ਇਸ ਜੀਵਨ ਦੇ ਮੋਹ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਸ਼ਾਂਤ ਹੋ ਜਾ ਅਤੇ ਇਹ ਸਮਝਣਾ ਤੇਰੇ ਲਈ ਬਹੁਤ ਜ਼ਰੂਰੀ ਹੈ ਕਿ ਅੱਜ ਨਹੀਂ ਤਾਂ ਕੱਲ ਇਹ ਜੀਵਨ ਖਤਮ ਹੋ ਹੀ ਜਾਵੇਗਾ। ਇਸ ਲਈ ਤੈਨੂੰ ਲੋਕਾਂ ਨੂੰ ਡੰਗਣ ਦੀ ਲੋੜ ਨਹੀਂ ਹੈ। ਇੰਨਾ ਕਹਿ ਕੇ ਭਿਕਸ਼ੂ ਉੱਥੋਂ ਚਲਾ ਜਾਂਦਾ ਹੈ
ਅਤੇ ਸੱਪ ਇਹ ਫੈਸਲਾ ਕਰ ਲੈਂਦਾ ਹੈ ਕਿ ਅੱਜ ਤੋਂ ਉਹ ਕੋਈ ਗਲਤ ਕੰਮ ਨਹੀਂ ਕਰੂਗਾ। ਪਰ ਇਸ ਦਾ ਉਸ ਦੇ ਜੀਵਨ ਤੇ ਉਲਟ ਪ੍ਰਭਾਵ ਪਿਆ। ਜਿਹੜੇ ਲੋਕ ਉਸ ਤੋਂ ਡਰ ਕੇ ਭੱਜਦੇ ਸਨ, ਹੁਣ ਉਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ। ਸੱਪ ਬਹੁਤ ਦੁਖੀ ਰਹਿਣ ਲੱਗਾ। ਲੋਕ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਸੱਟਾਂ ਪਹੁੰਚਾਉਣ ਲੱਗੇ। ਕੋਈ ਤਾਂ ਉਸ ਨੂੰ ਮਾਰਨ ਦੇ ਲਈ ਸੋਟੀ ਲੈ ਕੇ ਉਸ ਦੇ ਪਿੱਛੇ ਪੈ ਜਾਂਦਾ। ਉਹ ਹੁਣ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਅਤੇ ਸਾਰੇ ਲੋਕਾਂ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਰ ਲੋਕ ਉਸ ਦਾ ਗਲਤ ਫਾਇਦਾ ਉਠਾਉਂਦੇ ਸਨ, ਕਿਉਂਕਿ ਲੋਕਾਂ ਨੂੰ ਜੋ ਉਸ ਤੋਂ ਡਰ ਸੀ ਉਹ ਖਤਮ ਹੋ ਚੁੱਕਿਆ ਸੀ ਅਤੇ ਹੁਣ ਲੋਕ ਉਸ ਤੋਂ ਉਸ ਸਮੇਂ ਦਾ ਬਦਲਾ ਲੈ ਰਹੇ ਸਨ ਜਦੋਂ ਉਹ ਸੱਪ ਉਹਨਾਂ ਨੂੰ ਡਰਾਉਂਦਾ ਸੀ। ਇਦਾਂ ਹੀ ਬਰਸਾਤ ਦਾ ਮੌਸਮ ਲੰਘ ਗਿਆ। ਬਰਸਾਤ ਦਾ ਮੌਸਮ ਲੰਘਣ ਤੋਂ ਬਾਅਦ ਉਹੀ ਬੋਧ ਭਿਕਸ਼ੂ ਉਸ ਰਸਤੇ ਤੋਂ ਵਾਪਸ ਜਾ ਰਿਹਾ ਸੀ। ਉਹ ਫੇਰ ਤੋਂ ਉਸੇ ਦਰਖਤ ਹੇਠਾਂ ਆਰਾਮ ਕਰਨ ਲਈ ਬੈਠ ਗਿਆ। ਉਸ ਸੱਪ ਨੇ ਉਸ ਭਿਕਸ਼ੂ ਨੂੰ ਦੇਖ ਕੇ ਪਹਿਚਾਨ ਲਿਆ ਅਤੇ ਉਸ ਦੇ ਕੋਲ ਪਹੁੰਚ ਗਿਆ। ਭਿਕਸ਼ੂ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਪਹਿਲਾਂ ਇਸ ਸੱਪ ਦੀ ਹਾਲਤ ਕਿਹੋ ਜਿਹੀ ਸੀ ਤੇ ਹੁਣ ਕਿਹੋ ਜਿਹੀ ਹੋ ਗਈ ਹੈ। ਉਸ ਸੱਪ ਨੇ ਭਿਕਸ਼ੂ ਨੂੰ ਦੇਖ ਕੇ ਕਿਹਾ ਕਿ ਜਦੋਂ ਦਾ ਤੁਸੀਂ ਨੇ ਮੈਨੂੰ ਸਮਝਾਇਆ ਹੈ, ਮੈਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦਿੱਤਾ ਹੈ, ਪਰ ਲੋਕ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਲੱਗੇ ਹਨ। ਮੈਨੂੰ ਚੋਟ ਪਹੁੰਚਾਉਣ ਲੱਗ ਪਏ ਹਨ, ਮੈਨੂੰ ਜਾਨ ਤੋਂ ਮਾਰਨ ਲਈ ਤਿਆਰ ਹੋ ਗਏ ਹਨ। ਹੁਣ ਤੁਸੀਂ ਉਹ ਦੱਸੋ ਕਿ ਮੈਂ ਕੀ ਕਰਾਂ? ਮੈਂ ਸਹੀ ਰਾਸਤੇ ਤੇ ਚੱਲ ਕੇ ਸਭ ਨਾਲ ਪਿਆਰ ਕਰਾਂ ਜਾਂ ਮੈਂ ਫੇਰ ਤੋਂ ਪਹਿਲਾਂ ਵਰਗਾ ਬਣ ਜਾਵਾਂ, ਸਭ ਨੂੰ ਡੰਗਣ ਵਾਲਾ, ਤਾਂ ਕਿ ਲੋਕ ਮੈਨੂੰ ਨੁਕਸਾਨ ਨਾ ਪਹੁੰਚਾ ਸਕਣ। ਹੇ ਭਿਕਸ਼ੂ, ਮੈਂ ਨਿਰਣਾ ਨਹੀਂ ਕਰ ਪਾ ਰਿਹਾ ਕਿ ਜਿਸ ਰਾਸਤੇ ਤੇ ਮੈਂ ਚੱਲ ਰਿਹਾ ਹਾਂ ਉਹ ਸਹੀ ਹੈ ਜਾਂ ਗਲਤ। ਜੇ ਮੈਂ ਇਸ ਰਾਸਤੇ ਤੇ ਚੱਲਦਾ ਹਾਂ ਫਿਰ ਮੈਂ ਜਿਉਂ ਵੀ ਨਹੀਂ ਪਾਊਂਗਾ। ਤੁਹਾਡੇ ਜਾਂਦੇ ਹੀ ਸ਼ਾਇਦ ਇਹ ਲੋਕ ਮੈਨੂੰ ਮਾਰ ਹੀ ਦੇਣ। ਤੁਸੀਂ ਉਹ ਦੱਸੋ ਕਿ ਮੈਂ ਜਿਉਂਦਾ ਰਹਿਣ ਲਈ ਦੂਜਿਆਂ ਨੂੰ ਕਿਉਂ ਨਾ ਡੰਗਾ? ਭਿਕਸ਼ੂ ਕਹਿੰਦਾ ਹੈ ਕਿ ਹੇ ਨਾਗ ਦੇਵਤਾ, ਮੈਂ ਤੈਨੂੰ ਇਹ ਨਹੀਂ ਕਿਹਾ ਸੀ ਕਿ ਤੂੰ ਆਪਣੇ ਸੁਭਾਅ ਨੂੰ ਹੀ ਬਦਲ ਦੇ। ਕਰੂਰਤਾ ਤੇਰਾ ਸੁਭਾਅ ਹੈ। ਜੇ ਇਹੀ ਤੇਰੇ ਵਿੱਚ ਨਹੀਂ ਰਹੇਗੀ ਤਾਂ ਲੋਕ ਤਾਂ ਤੈਨੂੰ ਮਾਰਨਗੇ ਹੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਅੰਦਰੋਂ ਆਪਣਾ ਉਦੇਸ਼ ਵੀ ਗਲਤ ਰੱਖੇ। ਤੂੰ ਅੰਦਰੋਂ ਆਪਣੇ ਆਪ ਨੂੰ ਸਹੀ ਰੱਖਣਾ ਹੈ ਅਤੇ ਤੂੰ ਬਾਹਰੋਂ ਉਹੀ ਦਿਖਾਉਣਾ ਹੈ ਜੋ ਤੇਰੇ ਲਈ ਜ਼ਰੂਰੀ ਹੈ। ਸੱਪ ਇੱਕ ਜ਼ਹਿਰੀਲਾ ਜੀਵ ਹੈ, ਇਸੇ ਲਈ ਲੋਕਾਂ ਦੇ ਮਨ ਵਿੱਚ ਉਸ ਦੇ ਲਈ ਡਰ ਹੈ। ਡਰ ਹੋਣਾ ਜ਼ਰੂਰੀ ਵੀ ਹੈ, ਕਿਉਂਕਿ ਜੇ ਉਹਨਾਂ ਦੇ ਅੰਦਰ ਤੇਰੇ ਲਈ ਡਰ ਨਹੀਂ ਹੋਵੇਗਾ ਤਾਂ ਉਹ ਤੈਨੂੰ ਹਾਨੀ ਪਹੁੰਚਾਉਣਗੇ। ਪਰ ਤੈਨੂੰ ਆਪਣੇ ਆਪ ਨੂੰ ਅੰਦਰੋਂ ਸਹੀ ਰੱਖਣਾ ਹੋਵੇਗਾ। ਤੂੰ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਬਲਕਿ ਉਹਨਾਂ ਦੇ ਅੰਦਰ ਆਪਣਾ ਡਰ ਬਣਾਉਣਾ ਹੈ। ਜਦੋਂ ਲੋਕ ਤੈਨੂੰ ਨੁਕਸਾਨ ਪਹੁੰਚਾਉਣ ਆਉਂਦੇ ਹਨ ਤਾਂ ਤੂੰ ਉਹਨਾਂ ਨੂੰ ਡੰਗਣ ਦੀ ਥਾਂ ਡੰਗਣ ਦਾ ਦਿਖਾਵਾ ਕਰ। ਆਪਣਾ ਸਿਰ ਚੱਕ ਕੇ ਆਪਣੇ ਫਨ ਨੂੰ ਲਹਿਰਾ ਤਾਂ ਕਿ ਲੋਕ ਤੇਰੇ ਕੋਲ ਨਾ ਆ ਸਕਣ। ਅੰਦਰੋਂ ਤੂੰ ਕਿਸੇ ਨੂੰ ਡੰਗਣ ਬਾਰੇ ਸੋਚੀ ਵੀ ਨਾ, ਪਰ ਬਾਹਰੋਂ ਸਾਰਿਆਂ ਨੂੰ ਇਹ ਦਿਖਾ ਕਿ ਤੂੰ ਉਹਨਾਂ ਨੂੰ ਡੰਗ ਮਾਰ ਸਕਦਾ ਹੈ। ਫੇਰ ਹੀ ਤੂੰ ਆਪਣੇ ਆਪ ਨੂੰ ਸੁਰੱਖਿਅਤ ਰੱਖ ਪਾਏਗਾ। ਇਹ ਕਹਾਣੀ ਸੁਣਾਉਣ ਤੋਂ ਬਾਅਦ ਬੁੱਧ ਕਹਿੰਦੇ ਹਨ ਕਿ ਅਜਾਤ ਸ਼ਤਰੂ, ਤੂੰ ਇਸ ਕਹਾਣੀ ਤੋਂ ਕੀ ਸਿੱਖਿਆ ਹੈ? ਅਜਾਤ ਸ਼ਤਰੂ ਕਹਿੰਦਾ ਹੈ ਕਿ ਅਸੀਂ ਨੇ ਆਪਣੇ ਸੁਭਾਅ ਨੂੰ ਨਹੀਂ ਬਦਲਣਾ, ਬਲਕਿ ਅੰਦਰੋਂ ਖੁਦ ਨੂੰ ਬਦਲਣਾ ਹੈ। ਉਹ ਕਹਿੰਦਾ ਹੈ ਕਿ ਬੁੱਧ, ਮੇਰੀ ਵੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਉਸ ਸੱਪ ਵਰਗੀ ਹੋ ਗਈ ਸੀ। ਮੈਂ ਨਿਰਣਾ ਹੀ ਨਹੀਂ ਕਰ ਪਾ ਰਿਹਾ ਸੀ ਕਿ ਮੈਂ ਆਪਣੇ ਰਾਜ ਭਾਗ ਨੂੰ ਇਸ ਤਰ੍ਹਾਂ ਕਿਵੇਂ ਚਲਾਵਾਂ, ਕਿਉਂਕਿ ਰਾਜ ਭਾਗ ਨੂੰ ਚਲਾਉਣ ਲਈ ਰਾਜਨੀਤੀ ਵੀ ਜ਼ਰੂਰੀ ਹੁੰਦੀ ਹੈ, ਲੋਕਾਂ ਨੂੰ ਸਜ਼ਾ ਦੇਣੀ ਵੀ ਜ਼ਰੂਰੀ ਹੁੰਦੀ ਹੈ। ਉਸ ਦੇ ਬਿਨਾਂ ਤਾਂ ਰਾਜ ਭਾਗ ਚੱਲ ਹੀ ਨਹੀਂ ਪਾਊਗਾ। ਪਰ ਦੂਸਰੇ ਪਾਸੇ ਮੈਂ ਤੁਹਾਡੇ ਉਪਦੇਸ਼ ਸੁਣਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਜਦੋਂ ਤੱਕ ਮੈਂ ਪਿਆਰ ਨਾਲ ਅਤੇ ਸਰਲਤਾ ਨਾਲ ਨਹੀਂ ਰਹਾਂਗਾ, ਉਦੋਂ ਤੱਕ ਮੈਂ ਧਿਆਨ ਨੂੰ ਪ੍ਰਾਪਤ ਹੀ ਨਹੀਂ ਕਰ ਪਾਵਾਂਗਾ। ਅਤੇ ਇਸੇ ਦੁਚਿੱਤੀ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਪਰ ਤੁਹਾਡੀ ਇਸ ਕਹਾਣੀ ਤੋਂ ਮੈਂ ਚੰਗੀ ਤਰ੍ਹਾਂ ਸਮਝ ਗਿਆ ਹਾਂ ਕਿ ਮੈਨੂੰ ਧਿਆਨ ਕਰਦੇ ਹੋਏ, ਆਪਣੇ ਅੰਦਰ ਸਰਲਤਾ ਲਿਆਉਂਦੇ ਹੋਏ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਹੈ। ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਣ ਦੇਣਾ ਕਿ ਮੈਂ ਸਰਲ ਹੋ ਗਿਆ ਹਾਂ ਅਤੇ ਮੈਂ ਕਿਸੇ ਨੂੰ ਕਠੋਰ ਸਜ਼ਾ ਨਹੀਂ ਦੇ ਸਕਦਾ। ਇਹਨਾਂ ਦੋਵਾਂ ਵਿੱਚ ਜਦੋਂ ਸੰਤੁਲਨ ਹੋ ਜਾਵੇਗਾ
ਉਦੋਂ ਮੇਰਾ ਜੀਵਨ ਵੀ ਸਹੀ ਰਾਸਤੇ ਤੇ ਚੱਲ ਪਾਊਗਾ ਅਤੇ ਇਹ ਰਾਜ ਭਾਗ ਵੀ। ਦੋਸਤੋ, ਭੋਲਾਪਣ ਅਤੇ ਸਰਲਤਾ ਚੰਗੀ ਗੱਲ ਹੈ, ਪਰ ਉਦੋਂ ਤੱਕ ਜਦੋਂ ਤੱਕ ਤੁਸੀਂ ਸੰਨਿਆਸੀ ਜੀਵਨ ਜਿਉ ਰਹੇ ਹੋ। ਪਰ ਜਦੋਂ ਸੰਸਾਰ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਸੰਸਾਰਕਤਾ ਵਿੱਚ ਘੁਲਣਾ ਹੀ ਹੋਵੇਗਾ। ਤੁਸੀਂ ਆਪਣੇ ਕਰਤੱਵਾਂ ਤੋਂ ਮੂੰਹ ਨਹੀਂ ਫੇਰ ਸਕਦੇ। ਤੁਸੀਂ ਨੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਜਦੋਂ ਉਹ ਧਿਆਨ ਕਰਨ ਲੱਗਦੇ ਹਨ ਤਾਂ ਇੰਨੇ ਸਰਲ ਅਤੇ ਇੰਨੇ ਭੋਲੇ ਬਣ ਜਾਂਦੇ ਹਨ ਕਿ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਭੈਣ ਭਰਾ ਹੀ ਉਹਨਾਂ ਦਾ ਫਾਇਦਾ ਉਠਾਉਣ ਲੱਗ ਜਾਂਦੇ ਹਨ। ਇਸ ਦੀ ਵਜ੍ਹਾ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਤਕਲੀਫ ਸਹਿਣੀ ਪੈਂਦੀ ਹੈ। ਪਰ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰਕ ਕਰਤੱਵਾਂ ਦਾ ਪਾਲਣ ਨਾ ਕਰਨਾ, ਆਪਣੇ ਪਰਿਵਾਰ ਦੀ ਦੇਖਭਾਲ ਨਾ ਕਰਨਾ, ਇਹ ਵੀ ਤਾਂ ਪਾਪ ਹੈ। ਇਸੇ ਲਈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਨੇ ਅੰਦਰੋਂ ਬਦਲਣਾ ਹੈ, ਆਪਣੇ ਸੁਭਾਅ ਨੂੰ ਨਹੀਂ ਬਦਲਣਾ। ਤੁਸੀਂ ਆਪਣੇ ਧਿਆਨ ਨੂੰ ਅੰਦਰ ਤੋਂ ਗਹਿਰਾ ਕਰੋ, ਅੰਦਰ ਤੋਂ ਸਰਲ ਬਣੋ, ਪਰ ਬਾਹਰੋਂ ਉਸ ਸਰਲਤਾ ਨੂੰ ਦਿਖਾਉਣ ਦੀ ਲੋੜ ਨਹੀਂ ਹੈ। ਲੋਕਾਂ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਮੈਂ ਧਿਆਨ ਕਰ ਰਿਹਾ ਹਾਂ ਅਤੇ ਧਿਆਨ ਨਾਲ ਮੇਰੇ ਅੰਦਰ ਅਜਿਹਾ ਬਦਲਾਅ ਆ ਰਿਹਾ ਹੈ। ਇਹ ਤਾਂ ਤੁਹਾਡਾ ਹੰਕਾਰ ਹੋ ਜਾਵੇਗਾ। ਤੁਸੀਂ ਨੇ ਬਾਹਰ ਤੋਂ ਆਪਣਾ ਸੁਭਾਅ ਉਦਾਂ ਹੀ ਰੱਖਣਾ ਹੈ ਜਿਵੇਂ ਦਾ ਉਹ ਹੈ, ਪਰ ਹੋਸ਼, ਧਿਆਨ ਅਤੇ ਪਿਆਰ ਅੰਦਰੋਂ ਪੈਦਾ ਕਰਨਾ ਹੈ ਤਾਂ ਕਿ ਲੋਕ ਤੁਹਾਡਾ ਫਾਇਦਾ ਵੀ ਨਾ ਉਠਾ ਸਕਣ ਅਤੇ ਤੁਸੀਂ ਅਧਿਆਤਮਕ ਉન્નਤੀ ਵੀ ਕਰ ਸਕੋ। ਧੰਨਵਾਦ।